वाहिगुरू। सतनाम श्री वाहिगुरू साहिब जी। परम सन्मानयोग परम सत्कारयोग जुग जुग अटल चवर तख्त दे मालिक वालिया कुल आलम गरीब नवाज शब्द गुरु ज़हरा ज़हूर हाजरा हजूर तख्त ते विराजमान कल युग के बोहित दसों पातशाहियां दी जग दी जोत धन धन साहिब श्री गुरु ग्रंथ साहिब महाराज दी पावन पवित्र हजूरी दे अंदर सज बैठी गुरु रूप साध संगत जीओ, आओ मन बिरतियां नूं एकागर करिए और जो आपां साहिब श्री गुरु ग्रंथ साहिब महाराज दी पावन इलाही बाणी की लड़ीवार विचार कर रहे हाँ, आओ इस पावन विचार नूं अगे प्रारंभ करिए जी। सतनाम श्री वाहिगुरू साहिब जी। तेरे कमन कमन गुण कह कह गावा, तू साहिब गुणे नदाना। तुमरी महिमा वर्ण ना सकूं, तू ठाकुर ऊच भगवाना। सतनाम श्री वाहिगुरू साहिब जी। आओ गौड़ी कबीर जी, जे मरने सब जगत त्रास्या, सो मरना गुर शब्द प्रकाशया। परम सन्मान योग परम सत्कार योग गुरु प्यारी गुरु सवारी गुरु रूप साध संगत जीओ, अज दे पावन पवित्र शब्द जिन्हां तो अज दी इस पावन विचार नूं प्रारंभ करना है, भगत कबीर साहिब जी उन्हां दे पावन पवित्र मखार बिंद तो उचारण होए ये पावन अमृत शब्द राग गौड़ी दे अंदर और धन धन साहिब श्री गुरु ग्रंथ साहिब महाराज जियां दे पावन पवित्र मुकद्दस अंग 327 दे उपर सवाहीमान हैं। भगत कबीर साहिब जी ने कृपा की फरमान कर रहे ने, जे मरने सब जगत तरासिया। भाई जिस मौत ने सारा संसार तरासिया डरिया होया है, जिस मौत तो सारा संसार तरासिया होया है, डरिया होया है, क्योंकि किन्नी भी कोई लंबी उम्र भोगे रहे इस दुनिया तो जाण नूं तां किसी का भी चित नहीं करता। कोई भी नहीं चाहता कि मैनू मौत आवे, हरेक मौत तो डरदा भी है।
ਸਭ ਤੋਂ ਵੱਡਾ ਡਰ ਮੌਤ ਦਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਜਿਸ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ, ਜਿਸ ਮਰਨ ਨੇ ਸਾਰਾ ਸੰਸਾਰ ਡਰਾ ਦਿੱਤਾ ਹੈ, ਕਹਿੰਦੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਹਿੰਦੇ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿੱਚ ਹੈ ਕੀ। ਹੁਣ ਇੱਥੇ ਦੋ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ। ਇੱਕ ਸਰੀਰਕ ਮੌਤ ਕਿ ਜਿਹੜੀ ਹਰ ਇੱਕ ਦੇ ਲਈ ਆਵੇਗੀ, ਜੋ ਉਪਜਿ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਇੱਕ ਤਾਂ ਸਰੀਰਕ ਮੌਤ ਜਿਹੜੀ ਕਿ ਹਰ ਇੱਕ ਨੂੰ ਆਉਣੀ ਹੈ। ਇੱਥੋਂ ਤੱਕ ਗੁਰਬਾਣੀ ਫਰਮਾਨ ਕਰਦੀ ਕਿ ਭਾਈ ਜੋ ਕੁਝ ਵੀ ਤੈਨੂੰ ਨਜ਼ਰ ਆ ਰਿਹਾ ਹੈ ਉਹ ਹਰ ਇੱਕ ਦਿਨ, ਇੱਕ ਨਾ ਇੱਕ ਦਿਨ ਉਹਨੇ ਵਿਨਸਣਾ ਹੈ। ਚਾਹੇ ਉਹ ਜੜ ਪਦਾਰਥ ਹੋਣ, ਚਾਹੇ ਉਹ ਜੀਵ ਜੰਤੂ ਹੋਣ, ਪਸ਼ੂ ਹੋਣ, ਮਨੁੱਖ ਹੋਣ, ਜੋ ਚੀਜ਼ ਵੀ ਦ੍ਰਿਸ਼ਟਮਾਨ ਹੈ ਉਹਨੇ ਇੱਕ ਨਾ ਇੱਕ ਦਿਨ ਵਿਨਸ ਜਾਣਾ ਹੈ। ਉਹਦਾ ਅੰਤ ਆਉਣਾ ਹੀ ਆਉਣਾ ਹੈ। ਪਰ ਇੱਕ ਮੌਤ ਹੈ ਆਤਮਿਕ ਮੌਤ, ਆਤਮਿਕ ਤੌਰ ਤੇ ਮਰ ਜਾਣਾ। ਇੱਕ ਮੌਤ ਹੈ ਜੀਵਤ ਭਾਅ ਤੋਂ ਮਰ ਜਾਣਾ, ਇੱਕ ਮੌਤ ਹੈ ਸ਼ਬਦ ਵਿੱਚ ਮਰ ਜਾਣਾ। ਪਰ ਬਾਬਾ ਜੀ ਕਹਿੰਦੇ ਉਹ ਮੌਤ, ਜਿਹੜੀ ਮੌਤ ਨੇ ਸਾਰੇ ਜਗਤ ਨੂੰ ਡਰਾ ਰੱਖਿਆ, ਤਰਾਸਿਆ ਹੋਇਆ ਜਗਤ ਡਰਿਆ ਹੋਇਆ ਹੈ, ਉਹਦੀ ਮੈਨੂੰ ਸਮਝ ਪੈ ਗਈ। ਔਰ ਸਮਝ ਮੈਨੂੰ ਪਈ ਕਿਵੇਂ? ਮੈਨੂੰ ਇਸ ਗੱਲ ਦੀ ਸਮਝ ਪਈ ਵੀ ਉਹ ਮੌਤ ਅਸਲ ਵਿੱਚ ਹੈ ਕੀ। ਪਰ ਉਹਦੀ ਸਮਝ ਮੈਨੂੰ ਪਈ ਗੁਰ ਸ਼ਬਦ ਪ੍ਰਗਾਸਿਆ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਨੂੰ ਇਸ ਗੱਲ ਦੀ ਸਮਝ ਪਈ ਕਿ ਉਹ ਮੌਤ ਹੈ ਕੀ। ਤਾਂ ਹੀ ਤਾਂ ਫਿਰ ਭਗਤ ਕਬੀਰ ਸਿੰਘ ਕਹਿੰਦੇ, ਕਬੀਰ ਮੂਹੇ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੀ ਬਾਰ। ਕਹਿੰਦੇ ਮੈਨੂੰ ਚਾਹ ਹੈ ਮਰਨ ਦਾ ਜੀ। ਕਿਉਂਕਿ ਉਹਨਾਂ ਨੂੰ ਪਤਾ ਹੈ ਮੌਤ ਹੈ ਕਿ ਉਹ ਅਸਲ ਵਿੱਚ ਮੌਤ ਹੈ ਕਿਹੜੀ, ਜੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਿਉਂਕਿ ਗੁਰੂ ਦੇ ਸ਼ਬਦ ਦੇ ਰਾਹੀਂ ਭਗਤ ਕਬੀਰ ਸਿੰਘ ਕਹਿੰਦੇ ਮੈਨੂੰ ਸਮਝ ਪੈ ਗਈ ਵੀ ਇਹ ਮੌਤ ਹੈ ਕਿ, ਇਸ ਕਰਕੇ ਮੈਂ ਕਹਿੰਦਾ ਮੋਹੇ ਮਰਨੇ ਕਾ ਚਾਉ ਹੈ। ਅੱਗੇ ਭਗਤ ਸਿੰਘ ਨੇ ਆਪ ਕੈਸੇ ਮਰੋ, ਮਰਨ ਬਨ ਬਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਭਾਈ ਹੁਣ ਮੈਂ ਅਬ ਕੈਸੇ ਮਰੂੰ, ਕਹਿੰਦੇ ਮੈਨੂੰ ਮੌਤ ਦਾ ਪਤਾ ਲੱਗ ਗਿਆ, ਸਮਝ ਪੈ ਗਈ, ਤੇ ਹੁਣ ਮੈਂ ਫਿਰ ਉਹ ਆਤਮਿਕ ਮੌਤੇ ਮਰਾਂ ਕਿਉਂ? ਹੁਣ ਮੈਂ ਜਨਮ ਵਿੱਚ ਕਿਉਂ ਪਵਾਂਗਾ? ਭਾਵ ਨਹੀਂ ਪਵਾਂਗਾ। ਕਿਉਂ? ਕਿਉਂਕਿ ਮੇਰਾ ਜਿਹੜਾ ਮਨ ਹੈ ਉਹ ਆਪਾਂ ਭਾਵ ਦੀ ਮੌਤ ਵਿੱਚ ਪਤੀਤ ਗਿਆ। ਮੈਂ ਅੰਦਰ ਦੀ ਆਪਣਤ ਨੂੰ, ਮੈਂ ਮੇਰੀ ਨੂੰ ਮਾਰ ਲਿਆ। ਇਸ ਕਰਕੇ ਹੁਣ ਮੈਂ ਜਨਮ ਅਤੇ ਮਰਨ ਦੇ ਗੇੜ ਵਿੱਚ ਨਹੀਂ ਪਵਾਂਗਾ। ਮਰ ਮਰ ਜਾਤੇ ਜਿਨ ਰਾਮ ਨਾ ਜਾਣੇ। ਹੁਣ ਮਰਦਾ ਕੌਣ ਹੈ? ਅਸਲ ਵਿੱਚ ਭਗਤ ਸਾਹਿਬ ਜੀ ਕਹਿਣ ਲੱਗੇ ਕੇਵਲ ਉਹ ਮਨੁੱਖ ਸਦਾ ਜੰਮਦੇ ਨੇ ਤੇ ਮਰਦੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਦਾਤੇ ਨੂੰ ਪਛਾਣਿਆ ਨਹੀਂ, ਜਾਂ ਕਹਿ ਲਈਏ ਜਿਨ੍ਹਾਂ ਨੇ ਉਸ ਦਾਤੇ ਦੇ ਨਾਲ ਸਾਂਝ ਨਹੀਂ ਪਾਈ ਕਦੇ, ਜਿਨ੍ਹਾਂ ਨੇ ਕਦੇ ਉਸ ਦਾਤੇ ਦੀ ਬੰਦਗੀ ਨਹੀਂ ਕੀਤੀ, ਕਦੇ ਉਸ ਦਾਤੇ ਦਾ ਸ਼ੁਕਰਾਨਾ ਨਹੀਂ ਕੀਤਾ। ਭਗਤ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹੀ ਜੰਮਦੇ ਨੇ, ਉਹੀ ਮਰਦੇ ਨੇ। ਮੈਨੂੰ ਇਸ ਗੱਲ ਦੀ ਸਮਝ ਪੈ ਗਈ, ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ। ਗੁਰੂ ਦੇ ਸ਼ਬਦ ਰਾਹੀਂ ਮੈਨੂੰ ਇਸ ਗੱਲ ਦੀ ਸਮਝ ਪੈ ਚੁੱਕੀ ਹੈ। ਅੱਗੇ ਭਗਤ ਸਾਹਿਬ ਜੀ ਕਹਿਣ ਲੱਗੇ ਰਹਾਉ ਮਰਨਾ ਮਰਨ ਕਹੇ ਸਭ ਕੋਈ, ਸਹਿਜੇ ਮਰਾਏ ਅਮਰ ਹੋਏ ਸੋਈ। ਅੱਗੇ ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮਰਨੋ ਮਰਨ
कहे सब कोई, सहजे मरै अमर होए सोई। कहते भाई दुनिया विच हर एक जीव मौत मौत आख रहा, क्योंकि पहला गुरबाणी ने फरमान कर दिता भी जो आया सो चल की सब की आई वारी है। मरना तो हर ने है ना जी, हरेक ने मरना है। ते दुनिया विच हरेक जीव मौत मौत आख रहा, भाव के हरेक जीव मौत दे तो डर रहा है, घाबर रहा है, मौत दे अधीन है। मरनो मरण कहे सब कोई, पर कह लगे सहजे मरै अमर होए सोई। पर जिहड़ा मनुख अडोलता विच सहज सहज अवस्था विच, भाई जिहड़ा मनुख अडोलता विच रह के दुनिया दीयां ख्वाहिशां दे वल्लों बेपरवाह हो गया, जिन्हों असीं कहने जीवत भाअ तो मर जाना, जिहड़ा मनुख जीवत भाअ तो मर गया, दुनिया दीयां ख्वाहिशां तो बेपरवाह हो गया, भगत साहब जी कहते अमर हो जाता जी, अमर होए सोई। भाव के उसनों फिर दोबारा कदे मौत डरा नहीं सकती, वो अमर हो गया। तो अमर दे अर्थ आपां ये करगे जिहड़ा जन्म ते मरण दे गेड़ विच नहीं पैंदा, जिहड़ा कदे भी जन्म ते मरण दे गेड़ विच ना पवे, उहनूं कहने अमर हो गया है। ते अमर कौन होवेगा? जिहड़ा जिउंदे जी गुरु दे शब्द विच जुड़ के उस दाते परमेश्वर की बंदगी करके अडोलता विच टिक के दुनिया दीयां ख्वाहिशां दे वल्लों बेपरवाह हो जावे, वो है जीवत भाअ तो मर जाना। ते जिहड़ा आत्मक तौर ते वो मरेगा, जिहड़ा कदे भी उस अकाल पुरख परमेश्वर की बंदगी नहीं करता। मर मर जाते जिन राम ना जानिया, जिन्हां ने कदे भी उस अकाल पुरख दाते का शुकराना नहीं किया, ਉਹਦੀ बंदगी सिमरन ने किया, भगत साहब जी कहते वो जन्म ते मरण के गेड़ विच पैणगे। कहो कबीर मन भया आनंदा, गया भरम रहा परमानंदा। तो अगे कबीर साहब कहने लगे कहो कबीर मन भया आनंदा, हे कबीर आख हुण गुरु की कृपा हुई, गुरु के शब्द के राही गुरु की कृपा नाल मेरे मन में आनंद पैदा हो गया। हुण मैनूं दुख ते सुख एक समान जापदे ने, मान अपमान एक समान जापदे ने। हुण मेरे अंदर आनंद ही आनंद है। और ये आनंद जदों आया ना गुरु की कृपा नाल, फिर गया भरम, फिर सारे भरम ते भ्रांतियां भटकना जिहड़ियां खत्म हो गई, रहा परमानंदा। और वो परमानंदा परम आनंद, कहने लगे सारे भरम खत्म हो गए, भुलेखे दूर हो गए, भटकना दूर हो गई। ते हुण परम सुख परम आनंद परम सुख मेरे हिरदे विच टिक गया। हुण मेरे अंदर वो अवस्था तैयार, वो अवस्था बन गई है जिथे सुख ही सुख हैं, जिथे जिस नूं भगत रविदास महाराज जी कहते अब मोहे, वो अवस्था प्राप्त कर ली। अब मैं खूब वतन गह पाई, ऊहा खैर सदा मेरे भाई। ते अगे उन्होंने कहा बेगम पुरा शहर को नाओ, दुख अंदो नहीं ते ठाओ, ना तस्वीर सिखराज ना माल खौफ ना खता ना तरस जवाल। कहते उस शहर का मैं वासी बन गया, वो आनंद पैदा हो गया जिथे दो मना सेम सो एक सो, जिथे दूजा ते पहले दर्जे की गल ही नहीं रही। दो मना सेम एक सौ है, जिथे गल ही एक दी है, उथे ये नहीं भी आ दूजे दर्जे का तीजे दर्जे का, आ भाई इस दर्जे का इस दर्जे का, आ इस वर्ण दे विच चौथे वर्ण च तीजे च नहीं। कहते उत्थे एक ही एक आ, केवल दो मना सेम एक सौ, आही उत्थे केवल ते केवल एक दी गल हो रही है। वो शहर किहड़ा है जी? बेगम पुरा।
शहर को नाम, कहते उस शहर का नाम है बेगम, जिथे कोई गम नहीं, कोई दुख नहीं, कोई तकलीफ नहीं। बस कहते वो आनंद मिलिया। ते भगत कबीर सिंह दी कहो कबीर मन पाया आनंदा, भी हुण भाई गुरु की कृपा नाल मेरे मन में आनंद पैदा हो गया। ते गुरु ने कीती कृपा ते गया भरम, सारे भरम ते भुलेखे भटकना दूर हो गई, रहा परमानंदा। ते हुण मेरे हिरदे विच केवल ते केवल परम आनंद, परम सुख मेरे हृदय विच टिकिया हुआ है। गौड़ी कबीर जी कत नहीं ठौर, मूल कत लावो, खोजत तन मैं ठौर न पावो। अगले शब्द अंदर भगत कबीर साहब जी कहन लगे, कत नहीं ठौर, मूल कत लावो, खोज तन मैं ठौर न पावो। कहन लगे भाई शरीर विच किते मैनू अजिहा था लभदा ही नहीं। कत नहीं ठौर, मूल कत लावो, खोजत तन में ठौर ना पावो। लागे होए सो जाने पीर राम भगत, अनियाले तीर, बड़े तिखे तीर। ये भगती बंदगी। ते बाबा जी कह लगे शरीर विच किते अजिहा थां नहीं जिथों मैनू बिरहा दी पीड़ दसी जा सके। ते कहंदे फिर मैं दवाई कित्थों वरतां। मूल दे अर्थ दवाई। कत नहीं ठौर, पता ही नहीं मैनू थां दा। मूल कत लावो, मैं दवाई कित्थों वरतां। भाव कोई बाहरली दवाई अकाल पुरख परमेश्वर तो दे विछोड़े दा दुख दूर करन दे समर्थ नहीं। ये बिरहों का जिहड़ा विछोड़ा जी, ये बिरहों, ये दुख जिहड़ा है विछोड़े दी बिरहों दुख जिहड़ा है, होर दुखां दियां दारूआं हो सकदियां ने, पर जे रब नाल विछोड़ा जिहड़ा ना, इहदी दारू नहीं। बाहरली दारू कोई काम नहीं करती। भगत साहिब जी कहते बाहरली दवाई अकाल पुरख दाते तो विछोड़े का दुख दूर करने दे कोई समर्थ नहीं है। इस करके खोजत तन में ठौर ना पावो, मैं कहते भाल करदियां भी शरीर विच किते अजिही खास थां मैनू लभ नहीं सकी। लागी होए से जाने पीर, कहते जिन्हों ये रब दे विछोड़े वाली, ये बिरहों वाली, इन्हां तीरां दे लगे जख्म दे दर्द हो रहे होण विछोड़े वालियां दे, असल में उही जानदा है। लागी होए भाई जिन्हों ये पीड़ा लगी होवे, ये विछोड़े का दुख लग्या होवे, असल में वही इस दुख नूं समझदा है, वही जानदा है कि ये पीड़ है किहो। क्योंकि राम भगत अनियाले तीर, उस अकाल पुरख परमेश्वर की भगती वाले तीर बहुत तिखे ने जी। अणिया बड़े अनियाले, बड़े तिखे तीर ने। कहते वो तीर बड़े तिखे है, तो जिहदे लगते ने असल में उन्होंने पता है कि इन्हां दा दर्द की है। रहाओ एक पाए देखो सब नारी, कहते मैं सारियां जीव रूप इस्त्रियां ना एक प्रभु के प्यार दे विच वेख रहा वा। भाव के सारे जीव उस दाते के प्यार विच जुड़े हुए ने, उहदे नाम विच मैं देख रहा भी जुड़े ने। पर क्या जानो, कहते किस गल की समझ पवे, सह कौन प्यारी। कह लगे पर मैं की जाना केड़ी जीव रूप इस्त्री उस पति परमेश्वर की प्यारी है। सारे उहदे प्यार विच जुड़े ने, पर कहते इस गल की मैनू समझ नहीं, मैं की जाना केड़ी जीव रूप इस्त्री उस प्रभु पति की प्यारी है। ते बाबा जी कहणगे कहो कबीर जाके मस्तक भाग। कहंदे कबीर बस इक्को ही गल है,
ये आके हे कबीर, जिस जग्यासू जिस जीव रूप इस्त्री दे मत्थे दे लेख चंगे हन, कहो कबीर जाके मस्तक मत्थे भाग लेख। जिस जीव रूप इस्त्री दे मत्थे दे लेख चंगे हन, जिहदे भाग चंगे हन, सब परहर तां को मिले सुहाग। ते कहन लगे फिर सब सारे परहर छड्ड देना। भाई वो अकाल पुरख परमात्मा, वो पति परमेश्वर और सारियां नूं छड्ड के उसनूं आके मिलदा है, जिहदे दे मत्थे दे भाग चंगे ने। भाव होरनां दे नालों वधीक उस नाल प्यार करदा है ते उहदा बिरोह दा दुख फिर दूर हो जाता है, जिहदे मत्थे दे भाग चंगे ने। बाबा जी कहन लगे वो अकाल पुरख परमात्मा दूजिਆਂ ਨੂੰ ਛੱਡ के ਉਹਨੂੰ आके मिलता है। ਤੇ ਜਿਹਨੂੰ ਉਹ ਦਾਤਾ मिलता है, ਉਹਦੇ ਬਿਰਹੋਂ ਵਿਛੋੜੇ वाला दुख ਜਿਹੜਾ है, वो दर्द ਜਿਹੜਾ है वो दूर हो जाता है। गौड़ी कबीर जी जाके हरसा ठाकुर पाई, मुक्त अनंत पकार न जाई। अगे अमृत शब्द विच बाबा कबीर साहब जी कहन लगे, भाई आ जिहड़ी मुक्ति है ना, मुक्त अनंत कहंदे मुक्ति उस अगे अपना आप अनेकां वार भेंट करदी, किहदे अगे जाके हरसा ठाकुर पाई। कहंदे हे सज्जणा, जिस मनुख दे हिरदे रूप घर दे अंदर उस अकाल पुरख परमात्मा दा वासा होवे, आप मौजूद होवे, भाव के जिहड़ा मनुख उस अकाल पुरख परमात्मा दा आसरा लवे, उहदे नाम नूं जपना करे, उहदी भगती करे, उहदा सिमरन करे। कहंदे आ मुक्ति की चीज़ आ, मुक्त अनंत। आ मुक्ति दा कहंदे अनेकां वार, अनंत अनेकां वार पकार जाई, भाव के अपना आप उहदे अगे भेटा कर दिंदी है। अब कहो राम भरोसा तोरा, तब काहू का कवन नेहोरा। कहंदे हे कबीर, अब कहो राम भरोसा तोरा। हे कबीर, उस दाते दी हजूरी विच हुण ये आख कि हे मेरे दाता, हे प्रभु जी, जिस मनुख नूं एक तेरा आसरा होवे, आसरा है, तो फिर तब काहू का कमन निहोरा। कहंदे फिर हुण दसो, उहनूं किसी दी खुशामदी करन दी लोड़ नहीं, उहनूं किसी दी खुशामदी करन दी लोड़ नहीं। हे कबीर, तू प्रभु की हजूरी विच हुण ये आख, हे मेरे दाता, जिस मनुख नूं कि तेरा होवे आसरा, ते जिन्हों तेरा आसरा वो किसी की खुशामदी नहीं करता, तब काहू का कमन निहोरा। कहंदे की लोड़ आ किसी की खुशामदी करन दी जी, जिहदा मालक अमीर धनाड़ होवे, अपने मालक नूं छड्ड के किसी होर तों जाके मंगे, कहंदे शर्म आउणी चाहीदी है, क्यों किसी की खुशामदी करनी है। ते हे कबीर, कह दे हे दाता, जिस मनुख नूं तेरा आसरा है, उसनूं हुण किसी की खुशामदी करन दी लोड़ नहीं। अते तीन लोक जाके गाहे पार, सो काहे ना करे प्रतपार। तीन लोक जाके है पार। भाई जिस परमात्मा दे आसरे ये तिन्ने लोक ने, तिन्ने लोकां तो अर्थ करिए सारा सृष्टि, आकाश पताल धरत,
ਇਹ ਜਿਸ ਦਾਤੇ ਦੇ ਆਸਰੇ ਤੇ ਤਿੰਨੇ ਹੀ ਲੋਕ ਹਨ, ਸੋ ਕਾਹੇ ਨਾ ਕਰੇ ਪ੍ਰਤਪਾਰ। ਕਹਿੰਦੇ ਚੇਤੇ ਰੱਖੀ, ਫਿਰ ਉਹ ਤੇਰੀ ਪ੍ਰਤਪਾਲਣਾ ਕਿਉਂ ਨਾ ਕਰੇਗਾ। ਜਿਹੜਾ ਦਾਤਾ ਪੱਥਰਾਂ ਵਿੱਚ ਬੈਠਿਆਂ ਨੂੰ ਵੀ ਰਿਜ਼ਕ ਦੇਣ ਵਾਲਾ ਹੈ। ਅੱਗੇ ਭਗਤ ਧੰਨਾ ਜੀ ਦਾ ਸ਼ਬਦ ਆਵੇਗਾ ਰਾਗ ਗੋਜਰੀ ਦੇ ਅੰਦਰ। ਉਹ ਕਹਿਣਗੇ, ਹੇ ਮਨਾ, ਇਹ ਜੀਵ ਤੂੰ ਕਿਉਂ ਡਰਦਾ, ਵੇਖ ਉਹ ਦਾਤਾ ਇੰਨਾ ਸਮਰੱਥ ਹੈ ਕਿ ਪੱਥਰਾਂ ਦੇ ਵਿੱਚ ਬੈਠੇ ਹੋਏ ਜੀਵਾਂ ਨੂੰ, ਉਹਨਾਂ ਨੂੰ ਵੀ ਰਿਜ਼ਕ ਦੇਣ ਵਾਲਾ ਹੈ। ਫਿਰ ਤੇਰੀ ਪ੍ਰਤਪਾਲਣਾ ਕਿਉਂ ਨਾ ਕਰੇਗਾ। ਤੇ ਬਾਬਾ ਜੀ ਕਹਿਣ ਲੱਗੇ, ਤਿੰਨ ਲੋਕ ਜਾ ਕੇ ਹੈ ਭਾਰ ਭਾਈ, ਜਿਨ੍ਹਾਂ ਜਿਸ ਦਾਤੇ ਦੇ ਆਸਰੇ ਤੇ ਇਹ ਤਿੰਨੇ ਹੀ ਲੋਕ, ਆਕਾਸ਼ ਪਤਾਲ ਤੇ ਧਰਤ ਮਾਤ ਲੋਕ, ਜਿਹੜੇ ਇਹ ਤਿੰਨੇ ਹੀ ਲੋਕ ਜਿਸ ਦਾਤੇ ਦੇ ਆਸਰੇ ਤੇ ਹੈ, ਭਾਵ ਕਿ ਇਹਨਾਂ ਤਿੰਨਾਂ ਹੀ ਲੋਕਾਂ ਦੇ ਜੀਵਾਂ ਨੂੰ ਜੋ ਆਸਰਾ ਦੇਣ ਵਾਲਾ ਪ੍ਰਮਾਤਮਾ ਹੈ, ਸੋ ਕਾਹੇ ਨਾ ਕਰੇ ਪ੍ਰਤਪਾਰ। ਭਲਿਆ ਉਹ ਤੇਰੀ ਪ੍ਰਤਪਾਲਣਾ ਕਿਉਂ ਨਾ ਕਰੇਗਾ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਖਦੇ ਮਹਤਾਰੀ। ਅੱਗੇ ਕਬੀਰ ਸਿੰਘ ਕਹਿਣ ਲੱਗੇ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਹਿੰਦੇ, ਹੇ ਕਬੀਰ ਆਖ ਵੀ ਅਸੀਂ ਇੱਕ ਸੋਚ ਸੋਚੀ ਹੈ। ਬੁੱਧ ਵਿਚਾਰੀ, ਅਸੀਂ ਇੱਕ ਸੋਚ ਸੋਚੀ ਹੈ। ਉਹ ਕਿਹੜੀ? ਕਹਿੰਦੇ ਉਹ ਇਹ ਆ ਕਿ ਕਿਆ ਬਸ ਜੋ ਬਿਖ ਦੇ ਮਹਤਾਰੀ। ਕਹਿੰਦੇ ਮੰਨ ਲਓ ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ ਫਿਰ ਕਿਆ ਬਸ, ਕਹਿੰਦੇ ਪੁੱਤ ਦਾ ਜ਼ੋਰ ਨਹੀਂ ਚੱਲ ਸਕਦਾ। ਕਿਵੇਂ ਜ਼ੋਰ ਚੱਲੇਗਾ? ਮਾਂ ਦੇ ਹੱਥੋਂ ਤਾਂ ਲੈ ਕੇ ਖਾਣਾ ਨਾ। ਤੇ ਬਾਬਾ ਜੀ ਕਹਿੰਦੇ ਜੇ ਮੰਨ ਲਓ ਮਾਂ ਹੀ ਜ਼ਹਿਰ ਦੇਵੇ, ਬੱਚੇ ਨੂੰ ਦੇਣ ਤੇ ਤੁੱਲ ਜਾਵੇ, ਤੇ ਬੱਚਾ ਕੀ ਕਰ ਸਕਦਾ? ਕਹਿੰਦੇ ਅਸੀਂ ਇਹ ਵਿਚਾਰ ਕੀਤਾ, ਕਿਆ ਵਸ ਜੋ ਬਿਖ ਦੇ ਮਹਤਾਰੀ। ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖਾਂ ਹਿਰਦੇ ਵਿਚਾਰ। ਅਗਲੇ ਸ਼ਬਦ ਅੰਦਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਬਿਨ ਸਤ ਸਤੀ ਹੋਏ ਕੈਸੇ ਨਾਰ। ਕਹਿੰਦੇ ਭਲਾ ਸਤ ਧਰਮ ਤੋਂ ਬਿਨਾਂ ਕੋਈ ਇਸਤਰੀ ਸਤੀ ਕਿਵੇਂ ਬਣ ਸਕਦੀ ਹੈ ਜੀ। ਬੇਸ਼ੱਕ ਸਤੀ ਪ੍ਰਥਾ ਚੱਲੀ ਕਿ ਜਦੋਂ ਇਹਨਾਂ ਪੰਡਤਾਂ ਨੇ ਬੜੀ ਇਸਤਰੀ ਜਾਤੀ ਨਾਲ ਬਹੁਤ ਇਹਨਾਂ ਨੇ ਧਰੋਹ ਕੀਤਾ ਜੀ। ਇਹ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਆਏ ਤੇ ਉਹਨਾਂ ਨੇ ਫਿਰ ਇਹ ਸਤੀ ਪ੍ਰਸਥਾ ਬੰਦ ਕਰਾਈ ਤੇ ਨਾਲੇ ਕਹਿੰਦਾ ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜ਼ਾਨ। ਇਹ ਤਾਂ ਇਹਨਾਂ ਪੰਡਤਾਂ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਸਤੀ ਪ੍ਰਥਾ ਚਲਾ ਦਿੱਤੀ ਤੇ ਧਰੋਹ ਐਡਾ ਕਿ ਜੇ ਪਤੀ ਮਰ ਗਿਆ ਤੇ ਇਸਤਰੀ ਨਾਲ ਸਤੀ ਹੋਵੇਗੀ, ਤੇ ਜੇ ਇਸਤਰੀ ਪਹਿਲਾਂ ਮਰ ਗਈ ਤੇ ਬੰਦੇ ਨੂੰ, ਉਸ ਮਨੁੱਖ ਨੂੰ ਅਧਿਕਾਰ ਹੈ ਕਿ ਹੋਰ ਸ਼ਾਦੀ ਕਰਾ ਲਵੇ। ਇਹ ਧੱਕਾ ਹੀ ਸੀ, ਧਰੋਹ ਸੀ। ਤੇ ਬਾਬਾ ਜੀ ਕਹਿੰਦੇ ਜੇ ਸਤ ਨਹੀਂ ਪੱਲੇ, ਸਤ ਧਰਮ ਨਹੀਂ, ਅਸਲ ਸਤੀ ਹੈ ਕੌਣ? ਕਹਿੰਦੇ ਅਸਲ ਵਿੱਚ ਉਹ ਇਸਤਰੀ ਸਤੀ ਹੈ ਜਿਹਦੇ ਪੱਲੇ ਸਤ ਧਰਮ ਹੈ। ਪਤੀ ਵਰਤਾ ਜਿਹੜੀ ਇਸਤਰੀ ਹੈ ਉਹਨੂੰ ਸਤੀ ਕਿਹਾ ਜਾ ਸਕਦਾ। ਤੇ ਬਾਬਾ ਜੀ ਕਹਿਣ ਲੱਗੇ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਹੇ ਪੰਡਤਾ ਇਹ ਮਨ ਵਿੱਚ ਵਿਚਾਰ ਵੇਖ ਕਰ ਤੂੰ ਬਣਾਤੀ ਇਹ ਸਤੀ ਪ੍ਰਥਾ। ਪਰ ਬਾਬਾ ਕਬੀਰ ਸਿੰਘ ਤੂੰ ਮਨ ਵਿੱਚ ਵਿਚਾਰ ਤਾਂ ਕਰ ਵੀ ਜੇ ਉਹਦੇ ਪੱਲੇ ਸਤ ਧਰਮ ਨਹੀਂ ਤੇ ਉਹ ਸਤੀ ਕਿਵੇਂ ਹੋ ਸਕਦੀ ਹੈ? ਭਲਾ ਸਤ ਧਰਮ ਤੋਂ ਬਿਨਾਂ ਕੋਈ ਇਸਤਰੀ ਸਤੀ ਕਿਵੇਂ ਹੋ ਸਕਦੀ ਹੈ? ਹੇ ਪੰਡਤ ਤੂੰ ਇਸ ਗੱਲ ਨੂੰ ਮਨ ਵਿੱਚ ਵਿਚਾਰ ਕੇ ਵੇਖ। ਅਗਲੀ ਗੱਲ ਬਾਬਾ ਜੀ ਕਹਿਣ ਲੱਗੇ ਪ੍ਰੀਤ ਬਿਨਾ ਕੈਸੇ ਬਦੇ ਸੰਦੇਹ,
जब लग रस तब लग नहीं नेह, प्रीत बिना कैसे बदे स्नेह। भाई इसे तरह ਹਿਰਦੇ ਵਿੱਚ ਪ੍ਰੀਤ ਤੋਂ ਬਿਨਾਂ ਕਦੇ ਵੀ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਪਿਆਰ ਕਿਵੇਂ ਬਣ ਸਕਦਾ? ਜੇ ਹਿਰਦੇ ਵਿੱਚ ਪ੍ਰੀਤ ਨਹੀਂ ਤੇ ਉਸ ਦਾ ਤੇ ਅਕਾਲ ਪੁਰਖ ਨਾਲ ਪਿਆਰ ਕਿਵੇਂ ਬਣੇਗਾ? ਪ੍ਰੀਤ ਤੋਂ ਬਿਨਾਂ ਪ੍ਰੀਤ ਤੇ ਪ੍ਰਤੀਤ, ਭਰੋਸਾ ਜਿਹੜਾ ਅਸੀਂ 7 ਦਾਨਾਂ ਦੇ ਵਿੱਚੋਂ ਦਾਨ ਮੰਗਦੇ ਹਾਂ ਨਾ ਅਰਦਾਸ ਦੇ ਅੰਦਰ, ਉਹਦੇ 'ਚ ਇੱਕ ਭਰੋਸਾ ਮੰਗਿਆ ਸੀ। ਔਰ ਉਹ ਭਰੋਸਾ ਕੀ ਹੈ? ਹੁਣ ਪ੍ਰੀਤ ਹੈ ਤੇ ਪ੍ਰਤੀਤ ਨਹੀਂ, ਭਰੋਸਾ ਨਹੀਂ, ਫਿਰ ਪ੍ਰੀਤ ਝੂਠੀ ਹੈ, ਵਿਖਾਵੇ ਦੀ ਆ। ਉਹ ਕਿਸੇ ਆਮ ਜ਼ਿੰਦਗੀ ਵਿੱਚ ਕਿਸੇ ਅਸੀਂ ਮਨੁੱਖ ਨਾਲ ਸਾਡਾ ਕੋਈ ਪਿਆਰਾ ਹੈ, ਉਹਦੇ ਨਾਲ ਅਸੀਂ ਪ੍ਰੀਤ ਕਰਦੇ ਹਾਂ, ਪਿਆਰ ਕਰਦੇ ਹਾਂ, ਤੇ ਜਿਹਦੇ ਨਾਲ ਪਿਆਰ ਹੈ ਪ੍ਰਤੀਤ, ਉਹਦੇ ਨਾਲ ਭਰੋਸਾ ਵੀ ਹੋਣਾ ਜ਼ਰੂਰੀ ਹੈ। ਜੇ ਭਰੋਸਾ ਨਹੀਂ ਤੇ ਪ੍ਰੀਤ ਝੂਠੀ ਹੈ, ਫਿਰ ਇਹ 'ਚ ਕੋਈ ਸ਼ੱਕ ਨਹੀਂ। ਤੇ ਜੇ ਭਰੋਸਾ ਹੈ ਤੇ ਫਿਰ ਪ੍ਰੀਤ ਸੱਚੀ ਹੈ। ਤੇ ਬਾਬਾ ਜੀ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਪ੍ਰੀਤ ਬਿਨਾ ਕੈਸੇ ਵਧੇ ਸਨੇਹ, ਜਬ ਲਗ ਰਸਤਾ ਬੋ ਲਗ ਨਹੀਂ ਨੇਹ। ਇਸੇ ਤਰ੍ਹਾਂ ਕਹਿੰਦੇ ਹਿਰਦੇ ਅੰਦਰ ਪ੍ਰੀਤ ਤੋਂ ਬਿਨਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਲ ਪਿਆਰ ਬਣ ਹੀ ਨਹੀਂ ਸਕਦਾ। ਜੇ ਪ੍ਰੀਤ ਨਹੀਂ, ਪ੍ਰਤੀਤ ਨਹੀਂ ਤਾਂ ਜਬ ਲਗ ਰਸ ਤਬ ਲਗ ਨਹੀਂ ਨੇਹੋ। ਤੇ ਜਦੋਂ ਤੱਕ ਮਨ ਵਿੱਚ ਮਾਇਆ ਦਾ ਚਸਕਾ ਹੈ ਉਦੋਂ ਤੱਕ ਉਸ ਪਤੀ ਪਰਮਾਤਮਾ ਨਾਲ ਪਿਆਰ ਕਦੇ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਭਾਵ ਦੁਨਿਆਵੀ ਰਸਾਂ ਵਿੱਚ ਫਸੇ ਹੋਈਏ ਉਹਨਾਂ ਚਿਰ ਉਸ ਦਾਤੇ ਅਕਾਲ ਪੁਰਖ ਦੇ ਨਾਮ ਰਸ ਵਿੱਚ ਕਦੇ ਰੁੱਝ ਨਹੀਂ ਸਕਦੇ ਅਸੀਂ। ਉਹਨਾਂ ਚਿਰ ਜਬ ਲਗ ਰਸ ਤਬ ਲਗ ਨਹੀਂ ਨੇਹੋ। ਜਿੰਨਾ ਚਿਰ ਅਸੀਂ ਦੁਨਿਆਵੀ ਰਸਾਂ ਵਿੱਚ ਫਸੇ ਹੋਵਾਂਗੇ ਉਹਨਾਂ ਚਿਰ ਅਸੀਂ ਕਦੇ ਵੀ ਉਸ ਅਕਾਲ ਪੁਰਖ ਪਰਮਾਤਮਾ ਨਾਲ ਪਿਆਰ ਪਾ ਹੀ ਨਹੀਂ ਸਕਦੇ, ਬਣਾ ਹੀ ਨਹੀਂ ਸਕਦੇ। ਕਹਿਣ ਤੋਂ ਭਾਵ ਜਿੰਨਾ ਚਿਰ ਸੰਸਾਰ ਨਾਲ ਜੁੜੇ ਹੋਵਾਂਗੇ ਉਹਨਾਂ ਚਿਰ ਅਸੀਂ ਕਰਤਾਰ ਨਾਲ ਨਹੀਂ ਜੁੜ ਸਕਦੇ। ਅੱਗੇ ਬਾਬਾ ਜੀ ਕਹਿਣ ਲੱਗੇ ਰਹਾਉ ਸਹਾਨ ਸਤ ਕਰੇ ਜੀ ਆਪਣੇ, ਸੋਰ ਮਈਏ ਕਉ ਮਿਲੇ ਨਾ ਸੁਪਨੇ। ਸਹਨ ਸਤ ਕਰੇ ਜੀ ਆਪਣੇ। ਭਾਈ ਜਿਹੜਾ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿੱਚ ਸੱਤ ਸਮਝਦਾ ਹੋਵੇ, ਸਾਹਨ ਸਤ ਕਰੇ ਜੀ ਆਪਣੇ, ਵੀ ਜਿਹੜਾ ਰੱਬ ਨੂੰ ਦੀ ਹੋਂਦ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਕੇਵਲ ਜੋ ਦ੍ਰਿਸ਼ਟਮਾਨ ਹੈ ਉਹਨੂੰ ਸੱਚ ਮੰਨ ਕੇ ਬਹਿ ਗਿਆ, ਧਨ ਨੂੰ ਮਾਇਆ ਨੂੰ ਸੱਚ ਮੰਨ ਕੇ ਬਹਿ ਗਿਆ। ਭਗਤ ਸਾਹਿਬ ਜੀ ਕਹਿਣਗੇ ਸੋ ਰਮਈਏ ਕੋ ਮਿਲੇ ਨਾ ਸੁਪਨੇ। ਉਹ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ, ਭਾਵ ਕਦੇ ਵੀ ਨਹੀਂ ਮਿਲ ਸਕਦਾ। ਜਿਹੜਾ ਰੱਬ ਦੀ ਹੋਂਦ ਤੋਂ ਮਨਕਰ ਹੈ ਔਰ ਦੁਨਿਆਵੀ ਧਨ ਮਾਇਆ ਦ੍ਰਿਸ਼ਟਮਾਨ ਨੂੰ ਸੱਚ ਮੰਨ ਕੇ ਬਹਿ ਗਿਆ, ਬਾਬਾ ਜੀ ਕਹਿਣ ਲੱਗੇ ਉਸ ਪਰਮਾਤਮਾ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ। ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੇ ਕਬੀਰ। ਕਹਿੰਦੇ ਅਸਲ ਵਿੱਚ ਭਾਈ ਸੁਹਾਗਣ ਕੌਣ ਹੈ? ਸੁਹਾਗ ਵਾਲੀ ਕੌਣ ਹੈ? ਤਨ ਮਨ ਧਨ ਗ੍ਰਹਿ ਸੌਂਪ ਸਰੀਰ। ਜੋ ਆਪਣਾ ਤਨ ਮਨ ਧਨ ਘਰ ਤੇ ਸਰੀਰ ਆਪਣੇ ਉਸ ਅਕਾਲ ਪੁਰਖ ਪਤੀ ਪਰਮੇਸ਼ਰ ਪਰਮਾਤਮਾ ਦੇ ਹਵਾਲੇ ਕਰ ਦੇਵੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੋਈ ਸੁਹਾਗਣ ਕਹੇ ਕਬੀਰ। ਹੇ ਕਬੀਰ ਭਾਈ ਉਹਨੂੰ ਹੀ ਸੁਹਾਗਣ ਭਾਵ ਕੇ ਭਾਗਾਂ ਵਾਲੀ ਜੀਵ ਰੂਪ ਇਸਤਰੀ ਮੰਨਦਾ ਹੈ। ਉਹੀ ਭਾਗਾਂ ਵਾਲੀ ਜੀਵ ਰੂਪ ਇਸਤਰੀ ਹੈ ਜੋ ਆਪਣੇ ਪਤੀ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨੂੰ ਆਪਣਾ ਮਨ ਤਨ ਧਨ ਘਰ ਤੇ ਸਰੀਰ ਆਦਿਕ ਸੌਂਪ ਦੇਵੇ, ਭਾਵ ਕਿ ਜਿਹੜਾ ਆਪਣੇ ਆਪ ਨੂੰ ਦਾਤੇ ਨੂੰ ਸਮਰਪਿਤ ਕਰ ਦੇਵੇ। ਜਿਹੜੀ ਜੀਵ ਰੂਪ ਇਸਤਰੀ ਆਪਣੇ ਆਪ ਨੂੰ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਮਰਪਿਤ ਕਰ ਦੇਵੇ, ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ ਅਸਲ ਵਿੱਚ ਉਹੀ ਇਸਤਰੀ ਭਾਗਾਂ ਵਾਲੀ ਹੈ। ਉਹੀ ਇਸਤਰੀ ਉਹੀ ਜੀਵ ਰੂਪ ਇਸਤਰੀ ਸੁਹਾਗ ਵਾਲੀ ਹੈ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰੂ ਰੂਪ ਸਾਧ ਸੰਗਤ ਜੀਓ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਟੁੱਟੀਆਂ ਰਹਿ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ ਜੀ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਉਪਰੰਤ ਅਰਦਾਸ ਬੇਨਤੀ ਨਾਲ ਜੁੜਨਾ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਦ ਗੁਰ ਤਾਂ ਪਾਇਆ ਸਹਿ ਚੇਤੀ ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਵਡਿਆਈਆਂ। ਅਵਧੂ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਅਦ ਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੀ। ਹਰਿ ਨਾਮ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ। ਅੰਗੀਕਾਰਿਓ ਕਰੇ ਤੇਰਾ ਕਾਰੇ ਸਭ ਸਵਾਰਣਾ। ਹਵਨਾ ਗੱਲਾਂ ਸੋਰਾ ਸੁਆਮੀ ਸੁ ਕਿਉ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਏ। ਘਰ ਤਾਂ ਤੇਰਾ ਸਭ ਕੁ ਜਾ ਜਿਸ ਤੇ ਸੋ ਪਾਵੇ। ਅਦਾ ਸਿਰ ਸਲਾ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਏ। ਆਚਾ ਨਾਮ ਮੇਰਾ ਆਧਾਰ। ਆਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨਿਚਾ ਸਭ ਬਜਾਈਆਂ। ਅਦਾ ਕੁਰਬਾਨ ਕੀਤਾ ਗੁਰ ਵਿਟਹਾ ਇਹਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਅਵਧ ਤਾਰੂ ਬਿਆਰੂ। ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾਏ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਆਲ ਕੰਡਕ ਮਾਰਿਆ। ਹੋਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਾਂ ਸੁਖ ਹੋਵਾ ਤਿਰਥ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਅਗਲ ਮਨੋਰਥ ਬੂਰੇ। ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਅਰੋਗ ਸਨ ਤਾਪ ਉਤਰੇ। ਸੁਣੀ ਸੱਚੀ ਹੀ ਬਾਣੀ ਅੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ ਸੁਣ ਏ ਪਨੀਤ ਅਹ ਤੇ ਪਵਤ। ਆਤ ਗੁਰ ਰਿਹਾ ਪਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਓ ਵਾਜੇ ਅਨਹਦ ਦੂਰੇ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੋਏ ਨਾਈ ਦਾਇਆ। ਇਲਾ ਸਗਲ ਜਗਤ ਅਗਿਆਈਆਂ ਪਰਿਆਈਆਂ। ਅਵਾਜਾਈ ਧਰਮ ਹਦੂਰ ਕਰਮੀ ਆਪੋ ਆਪਣੀ। ਇਹ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ। ਗਏ ਮਸਕਤ ਆਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ। ਗਏ
ਮਸਕਤ ਆਲ, ਨਾਨਕ ਤੇ ਮੁਖ ਉਜਲੇ, ਕਿਰਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਹੈ।